जय हिंद एंड अ वेरी वार्म वेलकम टू पंजाब सक्सेस मंत्रा। ਸਾਡੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਅੱਜ ਦੇ ਇਸ ਸੈਸ਼ਨ ਵਿੱਚ ਅਸੀਂ ਡਿਸਕਸ ਕਰਾਂਗੇ ਮੇਨਸ ਦਾ ਇੱਕ ਕਰੰਟ ਅਫੇਅਰਸ ਦਾ ਇਸ਼ੂ ਫਰਮ ਦੀ ਇਕਨੋਮੀ ਸੈਕਸ਼ਨ ਜਿਹੜਾ ਕਿ ਰੈਲੇਵੈਂਟ ਹੈ ਤੁਹਾਡੇ ਪੀਸੀਐਸ ਐਗਜ਼ਾਮ ਲਈ। ਸੋ ਰੀਸੈਂਟਲੀ ਤੁਸੀਂ ਪੜਿਆ ਹੋਵੇਗਾ ਅਖਬਾਰ ਵਿੱਚ, ਹਿੰਦੂ ਨੇ ਵੀ ਕਵਰ ਕੀਤਾ ਹੈ, ਐਕਸਪ੍ਰੈਸ ਨੇ ਵੀ ਕਵਰ ਕੀਤਾ ਹੈ, ਲਾਈਵ ਮਿੰਟ ਨੇ ਵੀ ਕਵਰ ਕੀਤਾ ਹੈ ਕਿ ਯੂਨੀਅਨ ਫਾਈਨੈਂਸ ਮਿਨਿਸਟਰੀ ਨੇ ਕੁਝ ਡਰਾਫਟ ਗਾਈਡਲਾਈਨਸ ਇਸ਼ੂ ਕੀਤੀਆਂ ਨੇ ਫॉर the listing of the regional rural banks, the RRBs on the stock market or on the stock exchange। ਤੇ ਸਾਡੇ ਲਈ ਜਾਣਨਾ ਜ਼ਰੂਰੀ ਹੈ ਕਿ what do we understand by these regional rural banks ਕਿ ਇਹ ਜਿਹੜੇ RRBs ਨੇ ਇਹਨਾਂ ਦਾ ਕੀ ਮਤਲਬ ਹੈ, ਇਹ ਕਿੱਥੋਂ ਐਸਟੈਬਲਿਸ਼ ਕੀਤੇ ਗਏ ਸੀ, how exactly they were established, ਕੋਈ ਕਮੇਟੀ ਇਹਦੇ ਨਾਲ ਐਸੋਸੀਏਟਡ ਹੈ, ਕੀ ਇਹਨਾਂ ਦਾ ਫੰਕਸ਼ਨ ਹੈ, ਕੀ ਇਹਨਾਂ ਦਾ ਰੋਲ ਹੈ, ਰਿਸਪੌਂਸਿਬਿਲਿਟੀਜ਼ ਨੇ ਐਂਡ what are the recent guidelines ਜਿਹੜੀ ਕਿ ਨੋਟੀਫਾਈ ਕੀਤੀਆਂ ਫਿਰ ਕਹਿ ਲਓ ਇਸ਼ੂ ਕੀਤੀਆਂ ਗਈਆਂ ਨੇ ਸਰਕਾਰ ਵੱਲੋਂ। तो स्टार्ट करने तो पहले एक बार देख लेना कि वीकली शेड्यूल जो ਤੁਹਾਡਾ ਰਹਿੰਦਾ ਹੈ, करंट अफेयर्स इशू सीरीज है, 10 MCQ रिवीजन सीरीज है एंड यू हैव डिफरेंट इनिशिएटिव्स व्हिच आर बीइंग रन फ्री ऑफ कॉस्ट ऑन दी YouTube चैनल। ਤੇ ਆਈ ਹੋਪ ਤੁਸੀਂ ਇਹਨਾਂ ਦਾ ਫਾਇਦਾ ਚੁੱਕ ਰਹੇ ਹੋ। ਠੀਕ ਹੈ, ਡਿਸਕਸ਼ਨ ਸਟਾਰਟ ਕਰਦੇ ਹਾਂ। ਅੱਜ ਦਾ ਜਿਹੜਾ ਇਸ਼ੂ ਹੈ, ਜਿਵੇਂ ਮੈਂ ਦੱਸਿਆ ਤੁਹਾਨੂੰ ਕਿ ਜਿਹੜਾ ਕੇਂਦਰੀ ਵਿੱਤ ਮੰਤਰਾਲੇ ਹੈ, ਯੂਨੀਅਨ ਫਾਈਨੈਂਸ ਮਿਨਿਸਟਰੀ ਨੇ ਰੀਸੈਂਟਲੀ ਕੀ ਇਸ਼ੂ ਕੀਤੀਆਂ ਨੇ ਡਰਾਫਟ ਗਾਈਡਲਾਈਨਸ ਫॉर ਦੀ ਰੀਜਨਲ ਰੂਰਲ ਬੈਂਕਸ ਜੇ ਉਹ ਲਿਸਟ ਹੋਣਾ ਚਾਹੁੰਦੇ ਨੇ ਕਿਤੇ ਤੇ ਸਟਾਕ ਐਕਸਚੇਂਜ ਉੱਤੇ। ਸੋ ਅਸੀਂ ਪਹੁੰਚਾਂਗੇ ਉਹ ਗਾਈਡਲਾਈਨਸ ਨੂੰ ਵੀ ਡਿਸਕਸ ਕਰਾਂਗੇ, ਬਟ ਬਿਫੋਰ ਵੀ ਡੂ ਦੈਟ ਲੈਟਸ ਫਰਸਟ ਟੇਕ ਅ ਲੁੱਕ ਐਟ ਵਾਟ ਐਗਜ਼ੈਕਟਲੀ ਆਰ ਥੀਸ ਰੀਜਨਲ ਰੂਰਲ ਬੈਂਕਸ। ਤੇ ਦੇਖੋ ਸਿੱਧੀ ਜੀ ਗੱਲ ਹੈ, ਜਿਹੜਾ ਵੀ ਤੁਹਾਡਾ ਰੂਰਲ ਏਰੀਆ ਹੈ ਉਹਦੀ ਕ੍ਰੈਡਿਟ ਨੀਡਸ ਨੂੰ ਫੁੱਲਫਿਲ ਕਰਨ ਲਈ, ਰੂਰਲ ਏਰੀਆ ਵਿੱਚ ਜਿਹੜੀ ਵੀ ਪੋਪੂਲੇਸ਼ਨ ਰਹਿ ਰਹੀ ਹੈ, ਜਿਹੜੀ ਰੂਰਲ ਕਮਿਊਨਿਟੀ ਹੈ, ਉਹਦੀ ਫਾਈਨੈਂਸ਼ੀਅਲ ਨੀਡਸ, ਉਹਨੂੰ ਜਿਹੜਾ ਵੀ ਕ੍ਰੈਡਿਟ ਚਾਹੀਦਾ, ਜਿਹੜਾ ਉਹਨੂੰ ਲੋਨ ਚਾਹੀਦਾ, ਉਹ ਸਾਰੀ ਨੀਡ ਨੂੰ ਫੁੱਲਫਿਲ ਕਰਨ ਲਈ ਸਰਕਾਰ ਨੇ ਇਹਨਾਂ ਨੂੰ ਐਸਟੈਬਲਿਸ਼ ਕੀਤਾ ਸੀ। ਕਿਹੜੇ ਐਕਟ ਦੇ ਅਧੀਨ ਇਹਨਾਂ ਨੂੰ ਐਸਟੈਬਲਿਸ਼ ਕੀਤਾ ਗਿਆ ਸੀ? ਰੀਜਨਲ ਰੂਰਲ ਬੈਂਕਸ ਐਕਟ ਆਫ 1976, ਰਾਈਟ। ਸੋ these were set up as government sponsored banks। ਇਹਦੇ ਉੱਤੇ ਆਵਾਂਗੇ, ਇਹਦਾ ਮਤਲਬ ਕੀ ਹੈ। ਇਹਦੇ ਨਾਲ ਦੇਖੋ ਕਮੇਟੀ ਕਿਹੜੀ ਜੁੜੀ ਹੋਈ ਹੈ? ਨਰਸਿਮਹਮ ਕਮੇਟੀ। ਜਿਹਨੂੰ ਤੁਸੀਂ ਧਿਆਨ ਰੱਖਣਾ ਹੈ, ਇੱਕ ਫੈਕਚੁਅਲ ਕੁਐਸਚਨ ਤੁਹਾਡੇ ਕੋਲੋਂ ਪੁੱਛਿਆ ਜਾ ਸਕਦਾ ਹੈ ਕਿ ਕੋਈ ਕਮੇਟੀ ਐਸੋਸੀਏਟਡ ਹੈ, ਤੇ ਨਰਸਿਮਹਮ ਕਮੇਟੀ ਨੇ ਕਿਹਾ ਸੀ ਕਿ ਜੇ ਤੁਸੀਂ ਜਿਹੜਾ ਤੁਹਾਡਾ ਗ੍ਰਾਮੀਣ ਤਬਕਾ ਹੈ, ਜਿਹੜਾ ਤੁਹਾਡਾ ਗ੍ਰਾਮੀਣ जनसंख्या है, ਉਹਨੂੰ ਜੇ ਤੁਸੀਂ फाइनेंशियल इंक्लूजन प्रोवाइड करना चाहते हो तो you need to have some kind of mechanism, you need to have some kind of banking mechanism to provide for their needs on the front of loans ਜਿਹੜੇ ਕਿ ਉਹਨਾਂ ਨੂੰ ਲੋਨ ਚਾਹੀਦੇ ਨੇ ਕੋਈ ਵੀ ਕੰਮ ਕਰਨ ਲਈ, ਐਗਰੀਕਲਚਰ, ਫਾਰਮਿੰਗ ਜਾਂ ਫਿਰ ਨੌਨ ਫਾਰਮਿੰਗ ਐਕਟੀਵਿਟੀਜ਼ ਲਈ। ਤੇ ਉਹਦੇ ਲਈ ਨਰਸਿਮਹਮ ਕਮੇਟੀ ਨੇ ਜਿਹੜਾ ਰეკਮੈਂਡੇਸ਼ਨ ਦਿੱਤਾ ਸੀ, ਉਹਦੇ ਬੇਸਿਸ ਤੇ ਸਰਕਾਰ ਨੇ ਰੀਜਨਲ ਰੂਰਲ ਬੈਂਕਸ ਨੂੰ ਐਸਟੈਬਲਿਸ਼ ਕੀਤਾ ਸੀ। ਸੋ ਕਿਹਨੂੰ ਕੇਟਰ ਕਰ ਰਹੇ ਨੇ ਇਹ? ਬਈ ਜਿਹੜੀ ਵੀ ਰੂਰਲ ਏਰੀਆਜ਼ ਦੀ ਉਹਨਾਂ ਦੀ ਕ੍ਰੈਡਿਟ ਨੀਡਸ ਨੇ, ਮਤਲਬ ਕਿ ਜੋ ਵੀ ਉਹਨਾਂ ਦੀ ਲੋਨ ਦੇ ਫਰੰਟ ਤੇ ਜ਼ਰੂਰਤਾਂ ਨੇ। ਫਿਰ ਦੇਖੋ ਕਿ ਇਹ ਪ੍ਰਥਮ ਗ੍ਰਾਮੀਣ ਬੈਂਕ ਪਹਿਲਾ ਬੈਂਕ ਸੀਗਾ ਜਿਹੜਾ ਆਰਆਰਬੀ ਬਣਿਆ, ਤੇ ਇਹਦਾ ਸਿੰਡੀਕੇਟ ਬੈਂਕ ਇੱਕ ਸਪਾਂਸਰ ਬੈਂਕ ਸੀਗਾ। ਇੱਥੋਂ ਸਵਾਲ ਇਹ ਉੱਠਦਾ ਹੈ ਕਿ ਬਈ ਵਾਟ ਡੂ ਵੀ ਮੀਨ ਬਾय ਦਿਸ ਸਪਾਂਸਰ ਬੈਂਕ। ਤੇ ਇੱਥੇ ਦੇਖੋ ਸਪਾਂਸਰ ਬੈਂਕ ਦਾ ਕੀ ਰੋਲ ਹੁੰਦਾ ਹੈ ਕਿ ਇੱਕ ਮੇਨ ਸ਼ਡਿਊਲਡ ਕਮਰਸ਼ੀਅਲ ਬੈਂਕ ਹੋਏਗਾ ਜਿਹਦੀ ਅੱਛੀ ਖਾਸੀ ਪ੍ਰੈਜ਼ੈਂਸ ਹੋਏਗੀ, ਜਿਹੜਾ ਕਿ ਵੱਡਾ ਬੈਂਕ ਹੈ, ਜਿਵੇਂ ਕਿ ਮੰਨ ਲਓ ਪੰਜਾਬ ਨੈਸ਼ਨਲ ਬੈਂਕ। ਤੇ ਉਹ ਕੀ ਕਰੇਗਾ ਕਿ ਇਟ ਵਿਲ ਪ੍ਰੋਵਾਈਡ ਫਾਈਨੈਂਸ਼ੀਅਲ ਐਂਡ ਟੈਕਨੀਕਲ ਸਪੋਰਟ ਟੂ ਦ ਆਰਆਰਬੀ। ਇਹ ਇਦਾਂ ਦਾ ਸਪੋਰਟ ਕਿਹਨੂੰ ਪ੍ਰੋਵਾਈਡ ਕਰੇਗਾ? ਜਿਹੜਾ ਕਿ ਅਸੀਂ ਜਿਹੜੇ ਵੀ ਰੀਜਨਲ ਰੂਰਲ ਬੈਂਕ ਨੂੰ ਇਹ ਕੀ ਕਰ ਰਿਹਾ, ਸਪਾਂਸਰ ਕਰ ਰਿਹਾ। ਤੇ ਇੱਥੇ ਮੈਂ ਕੀ ਕਿਹਾ, ਜਿਵੇਂ ਮੰਨ ਲਓ ਪੰਜਾਬ ਨੈਸ਼ਨਲ ਬੈਂਕ ਜਿਹੜਾ ਹੈ ਵਿਚ ਇਟ ਇਜ਼ ਐਕਟਿੰਗ ਐਜ਼ ਅ ਸਪਾਂਸਰ ਬੈਂਕ ਟੂ ਸਮ ਰੀਜਨਲ ਰੂਰਲ ਬੈਂਕ, then it will provide financial and technical assistance। ਕਹਿਣ ਦਾ ਮਤਲਬ ਹੈ ਕਿ ਇੱਕ ਬੈਂਕ ਨੂੰ ਐਸਟੈਬਲਿਸ਼ ਕਰਨ ਲਈ इट इज नॉट वेरी ईजी, इन्ना सौखा नहीं होंदा एक बैंक खड़ा करना। बैंक लिए तुहानू पूंजी भी चाहिए है, बैंक लिए तुहानू होर तरीके दी टेक्नोलॉजी सारा कुछ चाहिए है। यू नीड ऑल दैट काइंड ऑफ फाइनेंशियल टेक्निकल इंफ्रास्ट्रक्चर आल्सो। ते ओदे विच असिस्टेंस कौन प्रोवाइड करदा है? स्पॉन्सर बैंक प्रोवाइड करदा है असिस्टेंस वो सारी किनू? रीजनल रूरल बैंक नू, राइट। ठीक है, ਇਹਦੇ ਨਾਲ ਦੇਖੋ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਰਆਰਬੀ ਐਕਟ ਦੀ ਵੀ, ਤੇ ਇੱਥੇ ਇੱਕ ਗੱਲ ਹੋਰ ਦੇਖੋ 2015 ਵਿੱਚ ਸਰਕਾਰ ਨੇ ਉਹ ਅਮੈਂਡ ਕੀਤਾ ਸੀ। ਕਿਉਂ ਅਮੈਂਡ ਕੀਤਾ ਸੀ? ਕਿ ਹਾਲ ਤੱਕ ਸਿਰਫ ਸੈਂਟਰ ਸਟੇਟ ਜਾਂ ਫਿਰ ਸਪਾਂਸਰ ਬੈਂਕ ਤੋਂ ਹੀ ਇਹ ਕੈਪੀਟਲ ਰੇਜ਼ ਕਰ ਸਕਦੇ ਸੀ। ਮਤਲਬ ਕਿ ਪੂੰਜੀ ਜੇ ਇਹ ਰੇਜ਼ ਕਰਨਾ ਚਾਹੁੰਦੇ ਨੇ ਤੇ ਹਾਲ ਤੱਕ ਸਿਰਫ 2015 ਤੋਂ ਪਹਿਲਾਂ ਸੈਂਟਰ ਸਟੇਟ ਜਾਂ ਫਿਰ ਸਪਾਂਸਰ ਬੈਂਕ ਤੋਂ ਹੀ ਕਰ ਸਕਦੇ ਸੀ। 2015 ਦੀ ਅਮੈਂਡਮੈਂਟ ਜਿਹੜੀ ਸੀ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ ਸੀ ਕਿ ਜੇ ਕਿਸੇ ਹੋਰ ਸੋਰਸਸ ਤੋਂ ਵੀ from any other sources, if the RRBs want to raise their capital, if they want to raise some kind of funding, then they were allowed। ਮਤਲਬ ਕਿ ਕੈਪੀਟਲ ਜਿਹੜਾ ਰੇਜ਼ ਕਰਨ ਦੇ ਇਹਨਾਂ ਦੇ ਆਪਸ਼ਨਸ ਸੀ, ਉਹਨਾਂ ਨੂੰ ਡਾਈਵਰਸਿਫਾਈ ਕੀਤਾ ਸੀ ਸਰਕਾਰ ਨੇ 2015 ਵਾਲੀ ਜਿਹੜੀ ਸੰਸ਼ੋਧਨ ਕੀਤਾ ਸੀ ਉਦੋਂ ਉਹਨੂੰ ਕਰਕੇ। ਆਲਰਾਈਟ, ਹੁਣ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਜਿਹੜਾ ਹੈ ਓਨਰਸ਼ਿਪ ਹੈ ਇਹਦੀ। ਤੇ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਕਿ ਇਹ ਸਰਕਾਰੀ ਗਵਰਨਮੈਂਟ ਓਨਡ ਬੈਂਕਸ ਨੇ, ਬਟ ਥੀਸ ਆਰ ਸ਼ਡਿਊਲਡ ਬੈਂਕਸ।
ਸ਼ਡਿਊਲਡ ਬੈਂਕ ਦਾ ਮਤਲਬ ਕੀ ਹੈ ਕਿ ਆਰਬੀਆਈ ਦਾ ਜਿਹੜਾ ਸ਼ਡਿਊਲ 2 ਹੈ ਆਰਬੀਆਈ ਐਕਟ ਦਾ, ਉਸ ਸ਼ਡਿਊਲ 2 ਵਿੱਚ ਥੀਸ ਆਰ ਲਿਸਟਡ, ਇਹਨਾਂ ਦਾ ਉੱਥੇ ਨਾਮ ਹੈ। ਐਂਡ ਦੇ ਆਰ ਕਮਰਸ਼ੀਅਲ ਬੈਂਕਸ। ਕਮਰਸ਼ੀਅਲ ਦਾ ਮਤਲਬ ਕਿ ਸਮ ਪ੍ਰੋਫਿਟ ਅਰਨਿੰਗ ਇਜ਼ ਗੋਇੰਗ ਟੂ ਬੀ देयर, ਕੁਝ ਪ੍ਰੋਫਿਟ ਜਿਹੜਾ ਹੈ ਇਹ ਕਮਾਉਣ ਦੀ ਇਹਨਾਂ ਦੀ ਆਫ ਕੋਰਸ ਏਮ ਹੋਏਗਾ। ਏਰੀਆ ਆਫ ਆਪਰੇਸ਼ਨ ਦੀ ਜੇ ਗੱਲ ਕਰੀਏ ਤੇ ਦੇਖੋ ਇੱਥੇ ਦੇ ਹੈਵ ਲਿਮਿਟਡ ਏਰੀਆ ਆਫ ਆਪਰੇਸ਼ਨ। ਕਹਿਣ ਦਾ ਮਤਲਬ ਹੈ ਕਿ ਬੈਂਕ ਦੀ ਮਰਜ਼ੀ ਨਹੀਂ ਹੈ ਕਿ ਜਿੱਥੇ ਮਰਜ਼ੀ ਆਰਆਰਬੀ ਜਿਹੜਾ ਹੈ ਉਹ ਆਪਰੇਟ ਕਰਨਾ ਸਟਾਰਟ ਕਰ ਦੇਵੇ। that will be permission, that permission will be given by the government of India। ਉਹ ਏਰੀਆ ਨੋਟੀਫਾਈ ਕਰਕੇ ਦੱਸੇਗੀ ਕਿ ਬਈ ਕਿਸੇ ਰਾਜ ਵਿੱਚ ਕਿਸੇ ਜ਼ਿਲ੍ਹੇ ਵਿੱਚ ਤੁਸੀਂ ਕਿੱਥੇ ਆਪਰੇਟ ਕਰ ਸਕਦੇ ਹੋ। ਇੱਕ ਜਾਂ ਇੱਕ ਤੋਂ ਜ਼ਿਆਦਾ ਜ਼ਿਲ੍ਹਾ ਜਿਹੜਾ ਹੈ ਹੋ ਸਕਦਾ ਹੈ ਜਿਹੜਾ ਕਿ ਏਰੀਆ ਆਫ ਆਪਰੇਸ਼ਨ ਹੋਏਗਾ ਕਿਸੇ ਆਰਆਰਬੀ ਦਾ, ਬਟ that is not dependent upon the bank's discretion, that is decided by the notification that the government has done। ਹੁਣ ਆਉਂਦੇ ਆ ਇਸ ਗੱਲ ਤੇ ਕਿ ਕਿਹੜੇ ਕਿਹੜੇ ਸਟੇਕ ਹੋਲਡਰਸ ਹੁੰਦੇ ਨੇ। ਤੇ ਦੇਖੋ ਤਿੰਨ ਸਟੇਕ ਹੋਲਡਰਸ ਹੁੰਦੇ ਨੇ। ਇੱਕ ਤਾਂ ਹੋਗੀ ਤੁਹਾਡੀ ਸੈਂਟਰਲ ਗਵਰਨਮੈਂਟ, ਦੂਜਾ ਹੋ ਗਿਆ ਤੁਹਾਡਾ ਸਪਾਂਸਰ ਬੈਂਕ ਜਿਹੜਾ ਹੈ, ਤੇ ਤੀਜੀ ਹੋਗੀ ਤੁਹਾਡੀ ਸੈਂਟਰਲ ਗਵਰਨਮੈਂਟ ਸਟੇਟ ਗਵਰਨਮੈਂਟ, ਮਤਲਬ ਕੇਂਦਰ ਸਰਕਾਰ, ਪ੍ਰਾਯੋਜਕ ਜਾਂ ਫਿਰ ਸਪਾਂਸਰ ਬੈਂਕ, ਤੇ ਤੀਜਾ ਹੋ ਗਿਆ ਰਾਜ ਸਰਕਾਰ। ਤੇ ਇਹਨਾਂ ਦੀ ਕੀ ਸਟੇਕ ਹੋਲਡਰਸ਼ਿਪ ਜਿਹੜੀ ਹੈ ਉਹ ਇਕੁਅਲ ਹੈ? ਨਹੀਂ, ਬਿਲਕੁਲ ਵੀ ਇਕੁਅਲ ਨਹੀਂ ਹੈ। that is distributed 50% ਜਿਹੜਾ ਹੈ ਉਹ ਕਿਹਦਾ ਹੈ? ਸਟੇਟ ਗਵਰਨਮੈਂਟ ਦਾ, ਫਿਰ 35% ਜਿਹੜਾ ਹੈ ਉਹ ਸਪਾਂਸਰ ਬੈਂਕ ਦਾ, ਐਂਡ 15% ਕਿਹਦਾ ਹੈ? ਇਹ ਹੈਗਾ ਸਟੇਟ ਗਵਰਨਮੈਂਟ ਦਾ। 50% ਸੈਂਟਰਲ ਗਵਰਨਮੈਂਟ, 35% ਸਪਾਂਸਰ ਬੈਂਕ ਤੇ 15% ਕਿਹਦਾ? ਰਾਜ ਸਰਕਾਰ ਜਾਂ ਫਿਰ ਸਟੇਟ ਗਵਰਨਮੈਂਟ ਦਾ। ਠੀਕ ਹੈ ਜੀ, ਆਈ ਹੋਪ ਦਿਸ ਇਜ਼ ਕਲੀਅਰ। ਨਾਓ ਮੂਵਿੰਗ ਟੂ ਵਾਟ ਆਰ ਦ ਰੋਲਸ। ਤੇ ਦੇਖੋ ਇਹ ਅਲੱਗ-ਅਲੱਗ ਤਰੀਕੇ ਦੇ ਫੰਕਸ਼ਨਸ, ਰੋਲਸ, ਇਹਨਾਂ ਦੀ ਜ਼ਿੰਮੇਵਾਰੀਆਂ ਕੀ ਹੋਣਗੀਆਂ, ਜਿਹੜਾ ਕੀ ਕੁਝ ਅਸੀਂ ਐਕਸਪੈਕਟ ਕਰਦੇ ਹਾਂ। ਤੇ ਪਹਿਲੀ ਗੱਲ ਤੇ ਡਿਪੋਜ਼ਿਟਸ ਨੂੰ ਐਕਸੈਪਟ ਕਰਨਾ ਤੇ ਫਾਈਨੈਂਸ਼ੀਅਲ ਇਨਕਲੂਜਨ ਜਿਹੜਾ ਹੈ ਫਾਰਮਲ ਬੈਂਕਿੰਗ ਵਿੱਚ ਪ੍ਰੋਵਾਈਡ ਕਰਨਾ ਗ੍ਰਾਮੀਣ ਇਲਾਕੇ ਦੇ ਲੋਕਾਂ ਨੂੰ। ਦੂਜਾ ਚੀਪ ਐਂਡ ਲਿਬਰਲ ਕ੍ਰੈਡਿਟ, ਮਤਲਬ ਕਿ ਸਸਤੇ ਵਿਆਜ ਦਰਾਂ ਤੇ ਜਾਂ ਫਿਰ ਕਹਿ ਲਓ ਲਿਬਰਲੀ ਲੋਨ ਪ੍ਰੋਵਾਈਡ ਕਰਨਾ। ਕਿਉਂ? ਤਾਂ ਕਿ ਅਸੀਂ ਜਿਹੜਾ ਲੋਕਲ ਮਨੀ ਲੈਂਡਰ ਹੈ ਉਹਦੀ ਐਕਸਪਲੋਇਟੇਸ਼ਨ ਤੋਂ ਕੱਢ ਸਕੀਏ ਲੋਕਾਂ ਨੂੰ ਬਾਹਰ, ਜਿਹੜਾ ਕਿ ਬਹੁਤ ਜ਼ਿਆਦਾ ਇੰਟਰਸਟ ਰੇਟ ਤੇ ਲੋਨ ਦਿੰਦਾ ਹੈ। ਦੈਨ ਡਿਵੈਲਪ ਅੰਡਰ ਡਿਵੈਲਪਡ ਏਰੀਆਜ਼। ਇਹਦਾ ਮਤਲਬ ਕੀ ਹੈ ਕਿ ਇਦਾਂ ਦੇ ਜਿਹੜੇ ਗ੍ਰਾਮੀਣ ਇਲਾਕੇ ਨੇ ਸਾਡੇ, ਜਿਹੜੇ ਰੂਰਲ ਏਰੀਆਜ਼ ਨੇ ਜਿੱਥੇ ਕਿ ਡਿਵੈਲਪਮੈਂਟ ਹਾਲ ਤੱਕ ਨਹੀਂ ਹੋ ਪਾਈ ਹੈ ਬਿਕੋਜ਼ ਆਫ ਲੈਕ ਆਫ ਕ੍ਰੈਡਿਟ, ਬਿਕੋਜ਼ ਆਫ ਲੈਕ ਆਫ ਬੈਂਕਿੰਗ ਔਰ ਫਾਈਨੈਂਸ਼ੀਅਲ ਸਿਸਟਮਸ, ਉੱਥੇ ਉਹਨਾਂ ਨੂੰ ਡਿਵੈਲਪਮੈਂਟ ਐਕਟੀਵਿਟੀਜ਼ ਪ੍ਰੋਵਾਈਡ ਕਰਨਾ ਜਾਂ ਫਿਰ ਡਿਵੈਲਪਮੈਂਟ ਵਿੱਚ ਅਸਿਸਟ ਕਰਨਾ, ਇੱਕ ਹੋਰ ਰੋਲ ਹੈ। ਦੈਨ ਪ੍ਰੋਵਾਈਡ ਇੰਸ਼ੋਰੈਂਸ ਸਰਵਿਸਿਜ਼। ਇੰਸ਼ੋਰੈਂਸ ਸਰਵਿਸ ਦੇਖੋ ਜਿਵੇਂ ਕਿ ਤੁਸੀਂ ਪਿੱਛੇ ਦੇਖ ਰਹੇ ਹੋ ਮੇਰੇ, ਇੱਥੇ ਕੀ ਹੈ? ਹਿਮਾਚਲ ਪ੍ਰਦੇਸ਼ ਗ੍ਰਾਮੀਣ ਬੈਂਕ ਹੈ ਤੇ ਇਹਦਾ ਪ੍ਰਾਯੋਜਕ ਲਿਖਿਆ ਹੋਇਆ ਥੱਲੇ। ਪ੍ਰਾਯੋਜਕ ਦਾ ਮਤਲਬ ਕੀ ਹੈ? ਇੱਥੇ ਸਪਾਂਸਰ ਦੀ ਗੱਲ ਹੋ ਰਹੀ ਹੈ। ਇਹਦਾ ਸਪਾਂਸਰ ਕੌਣ ਹੈ? ਇਹਦਾ ਸਪਾਂਸਰ ਜਿਹੜਾ ਹੈ ਦੈਟ ਇਜ਼ ਪੰਜਾਬ ਨੈਸ਼ਨਲ ਬੈਂਕ, ਮਤਲਬ ਕਿ ਪੀਐਨਬੀ। ਪੀਐਨਬੀ ਦਾ ਸਪਾਂਸਰ ਹੈ। ਤੇ ਪੀਐਨਬੀ ਜੋ ਕਿਉਂਕਿ ਇੱਥੇ ਸਪਾਂਸਰ ਹੈ, ਤੇ ਮੰਨ ਲਓ ਇਸ ਬੈਂਕ ਵਿੱਚ ਕੋਈ ਇੰਸ਼ੋਰੈਂਸ ਸਰਵਿਸ ਜਿਹੜਾ ਕਿ ਪੀਐਨਬੀ ਰਨ ਕਰ ਰਿਹਾ ਹੈ, ਮੰਨ ਲਓ ਕੋਈ ਇੰਸ਼ੋਰੈਂਸ ਦੀ ਸਕੀਮ ਹੈ ਜਿਹੜਾ ਕਿ ਪੰਜਾਬ ਨੈਸ਼ਨਲ ਬੈਂਕ ਰਨ ਕਰ ਰਿਹਾ ਹੈ, that insurance scheme can be further expanded to the rural area through the regional rural bank। ਕਿ ਜਿਹੜਾ ਸਪਾਂਸਰ ਬੈਂਕ ਹੋਏਗਾ ਉੱਥੇ ਮੰਨ ਲਓ ਜੋ ਵੀ ਇੰਸ਼ੋਰੈਂਸ ਸਕੀਮਸ ਜਾਂ ਸਰਵਿਸਿਜ਼ ਚਲਾਈਆਂ ਜਾ ਰਹੀਆਂ ਨੇ ਉਹ ਅੱਗੇ ਐਕਸਟੈਂਡ ਅਸੀਂ ਕਰ ਸਕਦੇ ਹਾਂ ਰੂਰਲ ਏਰੀਆਜ਼ ਵਿੱਚ ਥਰੂ ਦ ਆਰਆਰਬੀ, ਜਿਹਨੂੰ ਕਿ ਸਪਾਂਸਰ ਕੀਤਾ ਗਿਆ ਇਸ ਬੈਂਕ ਦੇ ਥਰੂ। ਤੇ ਉਹ ਕੀ ਹੋਇਆ? ਐਕਸਪੈਂਸ਼ਨ ਐਂਡ ਫਰਦਰ ਪੈਨੀਟ੍ਰੇਸ਼ਨ ਆਫ ਇੰਸ਼ੋਰੈਂਸ ਸਰਵਿਸਿਜ਼ ਇਨ ਦੀ ਰੂਰਲ ਏਰੀਆ। ਸੋ ਉਹ ਇੱਕ ਹੋਰ ਕਹਿ ਲਓ ਮੇਨ ਰੋਲ ਹੈ ਇੱਥੇ। then reach every segment and social equity। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ, ਦੇਖੋ ਇੱਥੇ ਕਿ ਹਰ ਇੱਕ ਸਮਾਜ ਦਾ ਜਿਹੜਾ ਤਬਕਾ ਹੈ ਜਿਹੜਾ ਕਿ ਕਹਿ ਲਓ ਹਲੇ ਤੱਕ ਡਾਊਨ ਟ੍ਰੋਡਨ ਹੈ, ਐਕਸਪਲੋਇਟਡ ਹੈ, ਵਲਨਰੇਬਲ ਹੈ ਨਾ, ਸਮਾਜਿਕ ਜਿਹਨੇ ਕਹਿ ਲਓ ਭੇਦਭਾਵ ਮਹਿਸੂਸ ਕੀਤਾ, ਉਹਨਾਂ ਦੀ ਸਾਰਿਆਂ ਦੀ ਜ਼ਰੂਰਤਾਂ ਨੂੰ ਪੂਰਾ ਕਰਨਾ, ਉਹਨਾਂ ਨੂੰ ਲੋਨ ਪ੍ਰੋਵਾਈਡ ਕਰਨਾ, ਉਹਨਾਂ ਨੂੰ ਬੈਂਕਿੰਗ ਸਰਵਿਸਿਜ਼ ਪ੍ਰੋਵਾਈਡ ਕਰਨਾ ਐਂਡ ਪ੍ਰੋਵਾਈਡ ਫॉर ਸੋਸ਼ਲ ਇਕੁਇਟੀ। ਤੇ these are the major, ਇਹ ਸਾਰੇ ਕੀ ਨੇ? ਮੇਜਰ ਰੋਲਸ ਨੇ ਕਿਹਦੇ? ਆਰਆਰਬੀਜ਼ ਦੇ। ਠੀਕ ਹੈ, ਹੁਣ ਅਸੀਂ ਡਿਸਕਸ ਕਰਾਂਗੇ ਕਿ ਹੁਣ ਜਿਹੜੀਆਂ ਰੀਸੈਂਟਲੀ ਫਾਈਨੈਂਸ ਮਿਨਿਸਟਰੀ ਨੇ ਗਾਈਡਲਾਈਨਸ ਜਿਹੜੀਆਂ ਰਿਲੀਜ਼ ਕੀਤੀਆਂ ਨੇ ਜਾਂ ਫਿਰ ਡਰਾਫਟ ਗਾਈਡਲਾਈਨਸ ਰਿਲੀਜ਼ ਕੀਤੀਆਂ ਨੇ, ਉਹਦੇ ਵਿੱਚ ਕੀ ਮੇਨ ਜਿਹੜੀਆਂ ਨੇ ਪੁਆਇੰਟਸ ਰੱਖੇ ਨੇ। ਤੇ ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਨੈਟ ਵਰਥ ਜਿਹੜੀ ਹੈ ਐਟਲੀਸਟ 300 ਕਰੋੜ ਦੀ ਹੋਣੀ ਚਾਹੀਦੀ ਹੈ ਓਵਰ ਪ੍ਰੀਵੀਅਸ ਪਿਛਲੇ 3 ਸਾਲਾਂ 'ਚ, ਤਾਂ ਹੀ ਤੁਹਾਨੂੰ ਇੱਕ ਕੰਡੀਸ਼ਨ ਸੈਟੀਸਫਾਈ ਤੁਸੀਂ ਕਰੋਗੇ ਇਫ ਯੂ ਵਾਂਟ ਟੂ ਗੈਟ ਲਿਸਟਡ ਔਨ ਦ ਸਟਾਕ ਐਕਸਚੇਂਜ। ਦੂਜੀ ਗੱਲ ਕੀ ਹੈ ਕਿ 9% ਕੈਪੀਟਲ ਐਡਿਕੁਏਸੀ ਹੋਣੀ ਚਾਹੀਦੀ ਹੈ ਪਿਛਲੇ 3 ਸਾਲਾਂ 'ਚ। ਪਿਛਲੇ 3 ਸਾਲਾਂ 'ਚ ਮਤਲਬ ਕਿ ਇਨ ਈਚ ਆਫ ਦ ਪ੍ਰੀਵੀਅਸ 3 ਈਅਰਸ, ਮਤਲਬ ਕਿ ਸਿੰਗਲ ਹਰ ਈਅਰ ਵਿੱਚ। ਕੈਪੀਟਲ ਐਡਿਕੁਏਸੀ ਦਾ ਮਤਲਬ ਕੀ ਹੁੰਦਾ ਹੈ ਕਿ ਜੇ ਬੈਂਕ ਦੇ ਜਿਹੜੇ ਵੀ ਆਊਟਸਟੈਂਡਿੰਗ ਡੈਟ ਹੈ, ਜਿਹੜਾ ਉਹਦੀ ਦੇਣਦਾਰੀਆਂ ਨੇ, ਉਹਨੂੰ ਉਹ ਪੂਰਾ ਕਰ ਸਕੇ, ਉਹਦੀ ਜਿਹੜੀ ਓਬਲੀਗੇਸ਼ਨਸ ਨੇ ਉਹਨਾਂ ਨੂੰ ਉਹ ਸੈਟੀਸਫਾਈ ਕਰ ਸਕੇ। ਤੇ ਜੇ ਉਹ
ਸੈਟੀਸਫਾਈ ਨਹੀਂ ਕਰ ਸਕਦਾ, ਇਹਦਾ ਮਤਲਬ ਕੀ ਹੈ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਜਿਹੜਾ ਹੈ ਉਹ ਬੈਂਕ ਹੋ ਸਕਦਾ ਹੈ ਨੀਅਰ ਫਿਊਚਰ ਵਿੱਚ ਉਹਨੂੰ that financial crisis might hit that bank। ਸੋ ਉਹ ਬਿਲਕੁਲ ਵੀ ਅਸੀਂ ਨਹੀਂ ਚਾਹਾਂਗੇ, ਇਕਨੋਮੀ ਲਈ ਵੀ ਬੁਰਾ ਹੈ, ਉਸ ਬੈਂਕ ਲਈ ਵੀ ਬੁਰਾ ਹੈ, ਉਸ ਬੈਂਕ ਦੇ ਡਿਪੋਜ਼ਿਟਰਸ ਲਈ ਵੀ ਬੁਰਾ ਹੈ। then operating profit ਹੋਣਾ ਚਾਹੀਦਾ ਹੈ ਘੱਟੋ ਘੱਟ 15 ਕਰੋੜ ਦਾ for a minimum of 3 years out of the previous 5 years, ਕਿ ਪਿਛਲੇ 5 ਸਾਲਾਂ ਚੋਂ 3 ਸਾਲਾਂ ਚ ਘੱਟੋ ਘੱਟ 15 ਕਰੋੜ ਜਿਹੜਾ ਹੈ ਤੁਹਾਡਾ ਆਪਰੇਟਿੰਗ ਪ੍ਰੋਫਿਟ ਰਿਹਾ। ਐਂਡ ਲਾਸਟ ਕਿ ਕੋਈ ਵੀ ਲਾਸ ਤੁਸੀਂ ਐਕੂਮੂਲੇਟ ਨਹੀਂ ਕੀਤਾ। these are some of the main conditions ਜਿਹੜੀਆਂ ਕਿ ਡਰਾਫਟ ਗਾਈਡਲਾਈਨਸ ਵਿੱਚ ਐਡ ਕੀਤੀਆਂ ਨੇ ਕਿਸਨੇ, ਯੂਨੀਅਨ ਫਾਈਨੈਂਸ ਮਿਨਿਸਟਰੀ ਨੇ। ਸੋ ਹੁਣ ਦੇਖਣਾ ਇਹ ਹੈ ਕਿ ਸਰਕਾਰ ਇਹਨੂੰ ਕਦ ਨੋਟੀਫਾਈ ਕਰਦੀ ਹੈ, ਨੋਟੀਫਾਈ ਕਰਕੇ ਇਹਨਾਂ ਨੂੰ ਲਾਗੂ ਕਰਨ ਦਾ ਕੀ ਅੱਗੇ ਪ੍ਰਕਿਰਿਆ ਰਹੇਗੀ, ਤੇ ਜਦੋਂ ਵੀ ਇਹ ਦੁਬਾਰਾ ਫਿਰ ਨਿਊਜ਼ 'ਚ ਹੋਏਗਾ ਅਸੀਂ ਦੁਬਾਰਾ ਇਹਨੂੰ ਟੇਕ ਅਪ ਕਰਾਂਗੇ। ਤੇ ਤਦ ਤੱਕ ਤੁਸੀਂ ਜਿਹੜਾ ਜੁੜੇ ਰਹੋ ਸਾਡੇ ਨਾਲ। ਕੁਝ ਪੇਡ ਇਨੀਸ਼ੀਏਟਿਵਸ ਤੇ ਫ੍ਰੀ ਇਨੀਸ਼ੀਏਟਿਵਸ ਪੰਜਾਬ ਸਕਸੈਸ ਮੰਤਰਾਲੇ ਤੁਹਾਨੂੰ ਦਿਖ ਰਹੇ ਨੇ ਮੇਰੇ ਪਿੱਛੇ, ਹੈ ਨਾ। 10,000 MCQ ਸੀਰੀਜ਼, ਕੁਆਂਟੀਟੇਟਿਵ ਦਾ ਲਾਈਵ ਬੈਚ, PYQs ਦੀ ਡਿਸਕਸ਼ਨ, ਤੇ ਆਈ ਹੋਪ ਤੁਸੀਂ ਇਹਨਾਂ ਇਨੀਸ਼ੀਏਟਿਵਸ ਨੂੰ ਦੇਖ ਰਹੇ ਹੋ ਤੇ ਫਾਇਦਾ ਚੱਕ ਰਹੇ ਹੋ। ਤੇ ਅੱਜ ਦਾ ਸੈਸ਼ਨ ਅਸੀਂ ਇੱਥੇ ਵਾਈਂਡ ਅਪ ਕਰਦੇ ਹਾਂ। ਮਿਲਾਂਗੇ ਇਦਾਂ ਦੇ ਅਗਲੇ ਇੱਕ ਹੋਰ ਇਨਫੋਰਮੇਟਿਵ ਸੈਸ਼ਨ ਵਿੱਚ। ਅੰਟਿਲ ਦੈਨ ਤੁਸੀਂ ਸਾਰੇ ਧਿਆਨ ਰੱਖੋ ਆਪਣਾ, ਸਟੇ ਸੇਫ, ਜੈ ਹਿੰਦ ਐਂਡ ਬਾਏ।